ਆਪਾਂ ਇਤਿਹਾਸ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਜੀਵਨ ਦੇਖਦੇ ਹਾਂ। ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪ੍ਰਕਾਸ਼ ਪਿੰਡ ਬਾਸਰ ਕੇ 1479 ਨੂੰ ਹੋਇਆ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ 1469 ਨੂੰ ਹੈ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ 1479 ਦਾ ਹੈ। 10 ਸਾਲ ਬਾਅਦ ਵਿੱਚ ਗੁਰੂ ਅਮਰਦਾਸ ਮਹਾਰਾਜ ਜੀ ਸੰਸਾਰ ਵਿੱਚ ਆਉਂਦੇ ਗੁਰੂ ਨਾਨਕ ਸਾਹਿਬ। ਚਲੋ ਸੇਵਾ ਵਿੱਚ ਬਾਅਦ ਵਿੱਚ ਪਹੁੰਚਦੇ ਹਨ, ਗੁਰਤਾ ਗੱਦੀ ਬਾਅਦ ਵਿੱਚ ਪ੍ਰਾਪਤ ਹੁੰਦੀ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਇਹ ਸਮਾਂ ਕਾਫੀ ਅੱਗੇ ਲੱਗ ਜਾਂਦਾ ਹੈ। ਪਿੰਡ ਬਾਸਰ ਕੇ ਪਿਤਾ ਜੀ ਸਤਿਕਾਰਯੋਗ ਬਾਬਾ ਤੇਜ ਭਾਨ ਜੀ ਹਨ ਤੇ ਮਾਤਾ ਜੀ ਹਨ ਮਾਤਾ ਸੁਲੱਖਣੀ ਜੀ, ਜਿਨ੍ਹਾਂ ਨੂੰ ਲక్ష్ਮੀ ਜੀ ਵੀ ਕਰਕੇ ਲਿਖਿਆ ਹੈ ਇਤਿਹਾਸ ਦੇ ਵਿੱਚ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਵਿੱਚ ਆਪਾਂ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਸਾਤ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ ਸੇ ਜੰਤ ਭਏ ਹਰਿਆਵਲੇ। ਜਿਨੀ ਮੇਰਾ ਸਤਿਗੁਰ ਦੇਖਿਆ ਜਾਏ, ਧੰਨ ਧੰਨ ਪਿਤਾ, ਧੰਨ ਹਨ ਪਿਤਾ ਬਾਬਾ ਤੇਜ ਭਾਨ ਜੀ। ਧੰਨ ਧੰਨ ਪਿਤਾ, ਧੰਨ ਧੰਨ ਕੁਲ। ਹੁਣ ਕੁਲ ਕਿਹੜੀ ਹੈ? ਗੁਰੂ ਅਮਰਦਾਸ ਮਹਾਰਾਜ ਜੀ ਦੀ ਜੇ ਦੇਖੀਏ। ਚਲੋ ਗੁਰੂ ਦੇ ਪਾਸ ਜਦੋਂ ਆ ਗਏ ਨਾ, ਉਦੋਂ ਦਾ ਸਭ ਕੁਝ ਹੀ ਇੱਕ ਬਰਾਬਰ ਹੋ ਗਿਆ। ਪਰ ਸਤਿਗੁਰੂ ਜੀ ਕਹਿੰਦੇ ਵੀ ਜਿਹੜੀ ਕੁਲ ਦੇ ਵਿੱਚ ਐਸੇ ਮਹਾਨ ਪੁਰਸ਼ਾਂ ਦਾ ਆਗਮਨ ਵੀ ਹੋਇਆ ਨਾ, ਉਹ ਕੁਲ ਵੀ ਬੜੀ ਭਲੀ ਹੈ, ਉਹ ਧੰਨਤਾਯੋਗ ਹੈ। ਉਹ ਕੁਲ ਕਿਹੜੀ ਹੈ? ਭੱਲਿਆਂ ਦੀ ਕੁਲ। ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ। ਜਨਨੀ ਉਹ ਮਾਂ ਵੀ ਧੰਨਤਾਯੋਗ ਹੈ, ਮਾਤਾ ਸੁਲੱਖਣੀ ਜੀ। ਜਿਨ ਗੁਰੂ ਜਣਿਆ ਨਾਏ, ਧੰਨ ਧੰਨ ਗੁਰੂ ਜਿਨ ਨਾਮ ਅਰਾਧਿਆ। ਆਪ ਤਰਿਆ ਜਿਨੀ ਡਿਠਾ ਤਿਨਾ ਲਏ ਛਡਾਏ। ਗੁਰੂ ਨੇ ਆਪ ਪਰਮੇਸ਼ਰ ਦੀ ਬੰਦਗੀ ਕੀਤੀ, ਆਪ ਸੰਸਾਰ ਸਾਗਰ ਤੋਂ ਪਾਰ ਹਨ। ਇੱਕ ਐਸਾ ਜਹਾਜ਼ ਰੂਪੀ ਬਣ ਕੇ ਗੁਰੂ ਸੰਸਾਰ ਵਿੱਚ ਆਏ ਕਿ ਜਿਹੜਾ ਵੀ ਮਨੁੱਖ ਇਸ ਜਹਾਜ਼ ਵਿੱਚ ਬੈਠ ਗਿਆ, ਉਸ ਨੂੰ ਵੀ ਗੁਰੂ ਨੇ ਪਾਰ ਦੇ ਕੰਢੇ ਲਾ ਦਿੱਤਾ। ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਜਦੋਂ ਭੱਟਾਂ ਨੇ ਸਿਫਤ ਕੀਤੀ ਨਾ ਗੁਰੂ ਅਮਰਦਾਸ ਮਹਾਰਾਜ ਜੀ ਦੀ, ਤੇ ਭੱਟ ਸਾਹਿਬਾਨਾਂ ਨੇ ਕੁਝ ਪ੍ਰਮਾਣ ਦਿੱਤੇ। ਜਿਸ ਤਰ੍ਹਾਂ ਬਾਹਰ ਬਰਸਾਤ ਹੋ ਰਹੀ ਹੈ ਨਾ, ਤੇ ਭੱਟ ਸਾਹਿਬਾਨ ਕਹਿੰਦੇ ਇੱਕ ਤਾਂ ਆਮ ਮੀਂਹ ਹੁੰਦਾ ਹੈ ਨਾ, ਆਮ ਬਰਸਾਤ ਹੁੰਦੀ ਹੈ, ਤੇ ਇੱਕ ਹੁੰਦੀ ਹੈ ਮੌਲੇ ਧਾਰ ਬਰਸਾਤ। ਭਾਵ ਜਿਸ ਬਰਸਾਤ ਦੇ ਵਿੱਚ ਇਨਸਾਨ ਨੂੰ ਪਾਰਲੇ ਪਾਸੇ ਨਹੀਂ ਕੁਝ ਦਿਖਦਾ, ਕੁਝ ਫੁੱਟ ਦੀ ਦੂਰੀ ਤੇ ਕੁਝ ਨਹੀਂ ਦਿਖਦਾ, ਇੰਨੀ ਤੇਜ਼ ਬਰਸਾਤ ਹੁੰਦੀ ਹੈ ਕਈ ਵਾਰ। ਉਹ ਕਹਿੰਦੇ ਵੀ ਐਸੀ ਬਰਸਾਤ ਹੁੰਦੀ ਹੋਵੇ ਤੇ ਕੀ ਕੋਈ ਇਹ ਦੱਸ ਸਕਦਾ ਹੈ ਵੀ ਇੰਨਾ ਸਮਾਂ ਬਰਸਾਤ ਹੋਈ ਤੇ ਇੰਨੀਆਂ ਕਣੀਆਂ, ਇੰਨੀਆਂ ਪਾਣੀ ਦੀਆਂ ਬੂੰਦਾਂ ਧਰਤੀ ਦੇ ਉੱਪਰ ਡਿੱਗੀਆਂ ਹਨ? ਵੈਸੇ ਕੋਈ ਇਹਨਾਂ ਦੀ ਗਿਣਤੀ ਕਰ ਨਹੀਂ ਸਕਦਾ। ਮਿਣਤੀ ਤਾਂ ਹੋ ਸਕਦੀ ਹੈ ਵੀ ਕਿੰਨੇ, ਕਿਸ ਤਰ੍ਹਾਂ ਬਰਸਾਤ ਪਈ ਹੈ, ਕਿੰਨੇ % ਬਰਸਾਤ ਪਈ ਹੈ, ਇਹ ਤਾਂ ਮਿਣਤੀ ਕਰ ਲੈਣਗੇ। ਪਰ ਕਣੀਆਂ ਦੀ, ਉਹਨਾਂ ਬੂੰਦਾਂ ਦੀ ਗਿਣਤੀ ਥੋੜ੍ਹੀ ਹੋ ਸਕਦੀ ਹੈ। ਭੱਟ ਸਾਹਿਬਾਨ ਕਹਿੰਦੇ ਵੀ ਹੋ ਸਕਦਾ ਵੀ ਕੋਈ ਸਾਇੰਸ ਇੱਕ ਖੋਜ ਕਰਦੇ, ਉਹਨਾਂ ਬੂੰਦਾਂ ਦੀ ਗਿਣਤੀ ਵੀ ਕਰ ਲਏ। ਤੇ ਬਸੰਤ ਦੇ ਮੌਸਮ ਦੇ ਵਿੱਚ ਬਹੁਤ ਫੁੱਲ ਖਿੜਦੇ ਹਨ ਧਰਤੀ ਦੇ ਉੱਪਰ, ਤੇ ਭੱਟ ਸਾਹਿਬਾਨ ਕਹਿੰਦੇ ਵੀ ਉਹਨਾਂ ਫੁੱਲਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਹੁਣ ਆਪਣੇ ਬਾਗ ਦੇ ਵਿੱਚ ਕੋਈ ਬਗੀਚਾ ਬੰਦੇ ਨੇ 2-4 ਬੂਟੇ ਲਾਏ ਹੋਣ ਫੁੱਲਾਂ ਦੇ, ਤੇ ਉਹਨਾਂ ਦੀ ਗਿਣਤੀ ਕਰਨੀ ਔਖੀ ਹੋ ਜਾਂਦੀ। ਤੇ ਪੂਰੀ ਸ੍ਰਿਸ਼ਟੀ ਦੇ ਉੱਤੇ, ਪੂਰੀ ਧਰਤੀ ਦੇ ਉੱਤੇ ਕਿੰਨੇ ਫੁੱਲ ਖਿੜੇ ਹਨ, ਕੋਈ ਕਿੱਥੋਂ ਗਿਣਤੀ ਕਰ ਲਏਗਾ? ਭੱਟ ਸਾਹਿਬਾਨ ਕਹਿੰਦੇ ਮੰਨ ਲਓ ਵੀ ਇਹਨਾਂ ਫੁੱਲਾਂ ਦੀ ਵੀ ਕੋਈ ਗਿਣਤੀ ਕਰ ਦੇਗਾ। ਇਹ ਮੰਨ ਲੈਂਦੇ ਹਾਂ ਵੀ ਹੋ ਸਕਦੀ ਹੈ ਗਿਣਤੀ, ਕੋਈ ਇੰਨੀ ਤਾਕਤ ਕਿਸੇ ਦੇ ਵਿੱਚ ਹੋ ਸਕਦੀ ਹੈ।
ਤੇ ਫਿਰ ਕਹਿੰਦੇ ਵੀ ਸੂਰਜ ਚੜ੍ਹਦਾ ਹੈ, ਚੰਦਰਮਾ ਚੜ੍ਹਦਾ ਹੈ। ਸੂਰਜ ਦੀਆਂ, ਚੰਦਰਮਾ ਦੀਆਂ ਕਿਰਨਾਂ ਕਿੰਨੀਆਂ ਕੁ ਧਰਤੀ ਤੇ ਆਉਂਦੀਆਂ ਹਨ, ਉਹਨਾਂ ਕਿਰਨਾਂ ਦੀ, ਉਹਨਾਂ ਚੰਦਰਮਾ ਦੀਆਂ ਕਿਰਨਾਂ ਦੀ ਗਿਣਤੀ ਨਹੀਂ ਹੋ ਸਕਦੀ। ਤੇ ਬਾਅਦ ਵਿੱਚ ਕਹਿੰਦੇ ਵੀ ਮੰਨ ਲਓ ਵੀ ਕਰ ਵੀ ਲਏ ਕੋਈ, ਫਿਰ ਸਾਗਰ ਹੈ, ਸਮੁੰਦਰ ਹੈ, ਉਸ ਦੀ ਗਹਿਰਾਈ ਦੀ ਕੋਈ ਨਹੀਂ ਗਿਣਤੀ ਕਰ ਸਕਦਾ ਵੀ ਕਿੰਨਾ ਕੁ ਡੂੰਘਾ ਹੈ। ਭੱਟ ਸਾਹਿਬਾਨ ਕਹਿੰਦੇ ਵੀ ਉਸ ਦੀ ਵੀ ਮੰਨ ਲੈਂਦੇ ਹਾਂ ਵੀ ਕੋਈ ਇਹ ਵੀ ਕਹਿ ਦੇਗਾ ਵੀ ਇੰਨਾ ਡੂੰਘਾ ਸਮੁੰਦਰ ਹੈ। ਅਖੀਰ ਵਿੱਚ ਭੱਟ ਸਾਹਿਬਾਨ ਕਹਿੰਦੇ ਬਾਰਿਸ਼ ਦੀਆਂ ਬੂੰਦਾਂ ਦੀ ਕੋਈ ਗਿਣਤੀ ਕਰ ਲਏਗਾ, ਬਸੰਤ ਵਿੱਚ ਖਿੜੇ ਹੋਏ ਫੁੱਲਾਂ ਦੀ ਕੋਈ ਗਿਣਤੀ ਕਰ ਲਏਗਾ, ਸੂਰਜ ਚੰਦਰਮਾ ਦੀਆਂ ਕਿਰਨਾਂ ਦੀ ਕੋਈ ਗਿਣਤੀ ਕਰ ਲਏਗਾ, ਸਾਗਰ ਦੀ ਗਹਿਰਾਈ ਨੂੰ ਕੋਈ ਨਾਪ ਲਏਗਾ। ਪਰ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵਿੱਚ ਕਿੰਨੇ ਗੁਣ ਹਨ, ਇਹਨਾਂ ਗੁਣਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ। ਆਖੋ ਸਤਿਨਾਮ। ਤੁਹਾਡੇ ਵਿੱਚ ਜਿੰਨੇ ਗੁਣ ਹਨ ਨਾ, ਉਹਨਾਂ ਗੁਣਾਂ ਦੀ ਕੋਈ ਭਾਵੇਂ ਸਾਰੀ ਜ਼ਿੰਦਗੀ ਆਪਣੀ ਜ਼ੁਬਾਨ ਦੇ ਨਾਲ ਸਿਫਤਾਂ ਕਰੀ ਜਾਏ, ਉਹ ਗਿਣਤੀ ਨਹੀਂ ਕਰ ਸਕਦਾ, ਪੂਰਨ ਤੌਰ ਤੇ ਤੁਹਾਨੂੰ ਬਿਆਨ ਨਹੀਂ ਕਰ ਸਕਦਾ। ਧਨ ਹਰ ਬੂੰਦ ਬਸੋ ਰਮਾਵਲ ਕੁਸਮ ਬਸੰਤ ਗਨੰਤ ਨ ਆਵੈ, ਰਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ, ਰੁਦਰ ਧਿਆਨ ਗਿਆਨ ਸਤਿਗੁਰ ਕੈ ਕਬ ਜਨ ਭਲ ਉਨੈ ਜੋ ਗਾਵੈ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣੇ। ਆਓ ਇੱਕ ਵਾਰੀ ਪਿਆਰ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਯਾਦ ਕਰੀਏ। ਇਹ ਦੋ ਪੰਕਤੀਆਂ ਨੂੰ ਸਾਰੀ ਸੰਗਤ ਬੋਲੋ। ਸਤਿਗੁਰੂ ਸੱਚੇ ਪਾਤਸ਼ਾਹ ਜੀ ਸਭ ਤੇ ਕਿਰਪਾ ਕਰਨ। ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ। ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਭੱਲੇ ਅਮਰਦਾਸ ਗੁਣ ਤੇਰੇ, ਭੱਲੇ ਅਮਰਦਾਸ ਗੁਣ ਤੇਰੇ। ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ ਤੋਹੇ ਬਣ ਆਵੈ, ਤੇਰੀ ਉਪਮਾ। हे ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੀ ਉਪਮਾ ਨੂੰ ਤੁਸੀਂ ਜਾਣਦੇ ਹੋ, ਤੁਹਾਡੇ ਗੁਣਾਂ ਦਾ ਕੋਈ ਅੰਤ ਨਹੀਂ। ਐਸੇ ਦੀਨ ਦਿਆਲ ਸਤਿਗੁਰੂ ਜੀ ਦਾ ਪਾਵਨ ਪ੍ਰਕਾਸ਼ ਹੋਇਆ ਪਿੰਡ ਬਾਸਰ ਕੇ ਵਿਖੇ। ਤੇ ਜਿਸ ਘਰ ਦੇ ਵਿੱਚ ਪ੍ਰਕਾਸ਼ ਹੋਇਆ ਹੈ ਨਾ ਪਿਤਾ ਬਾਬਾ ਤੇਜਭਾਨ ਜੀ ਦੇ ਘਰ, ਉਹ ਬੜੇ ਅਮੀਰ ਬੰਦੇ ਸਨ। ਉਹ ਕੋਈ ਆਮ ਮਨੁੱਖ ਨਹੀਂ, ਕੋਈ ਗਰੀਬ ਘਰ ਨਹੀਂ ਸੀ, ਬੜੇ ਅਮੀਰ ਸਨ, ਬਹੁਤ ਸੌਖੇ ਸਨ। ਤੇ ਅਕਸਰ ਹੀ ਆਪਾਂ ਦੇਖਾਂਗੇ ਜਿਹੜਾ ਗਰੀਬ ਬੰਦਾ ਹੁੰਦਾ ਨਾ, ਉਸ ਕੋਲ ਤਾਂ ਟਾਈਮ ਨਹੀਂ ਹੁੰਦਾ ਵੀ ਕੋਈ ਲਾਗੇ ਦੇ ਗੁਰਦੁਆਰੇ ਜਾ ਕੇ ਬਹੁਤਾ ਟਾਈਮ ਕਿਤੇ ਕੱਢ ਕੇ ਜਾਂ ਕਿਤੇ ਯਾਤਰਾ ਤੇ ਕਿਤੇ ਜਾ ਸਕੇ। ਪਹਿਲੇ ਸਮਿਆਂ ਦੇ ਵਿੱਚ ਆਪਾਂ ਦੇਖਾਂਗੇ ਕਿ ਜਦੋਂ ਯਾਤਰਾ ਤੇ ਜਾਣਾ ਤੇ ਕਾਫੀ ਦਿਨ ਲੱਗ ਜਾਂਦੇ ਸਨ। ਪੈਦਲ ਜਾਣਾ, ਫਿਰ ਰਾਸ਼ਨ ਚਾਹੀਦਾ ਹੁੰਦਾ ਸੀ, ਨਾਲ ਬਹੁਤ ਸਹੂਲਤਾਂ ਨਾਲ ਚਾਹੀਦੀਆਂ ਹੁੰਦੀਆਂ ਸੀ, ਕਿਤੇ ਨਾ ਕਿਤੇ ਰੁਕਣਾ ਵੀ ਪੈਂਦਾ ਸੀ। ਤੇ ਜਿਹੜਾ ਗਰੀਬ ਬੰਦਾ, ਉਹ ਇੰਨੇ ਦਿਨ ਕੱਢ ਕੇ ਕਿੱਥੋਂ ਯਾਤਰਾ ਕਰ ਲਏਗਾ। ਗਰੀਬ ਬੰਦੇ ਨੂੰ ਤਾਂ ਇਹ ਹੁੰਦਾ ਵੀ ਮੈਂ ਰੋਜ਼ ਕਮਾਈ ਕਰਨੀ ਤੇ ਰੋਜ਼ ਦਾ ਰੋਜ਼ ਕਮਾ ਕੇ ਖਾਣਾ ਹੈ। ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਿਤਾ ਜੀ ਬਾਬਾ ਤੇਜਭਾਨ ਜੀ, ਉਹ ਦੇਵੀ ਦੇ ਉਪਾਸ਼ਕ ਸਨ। ਜਦੋਂ ਆਪਾਂ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਜੀਵਨ ਪੜ੍ਹੀਏ, ਉਹ ਵੀ ਕਾਫੀ ਵਾਰ ਵੈਸ਼ਨੋ ਦੇਵੀ ਜਾ ਕੇ ਆਏ। ਪਰ ਜਿਸ ਵਕਤ ਗੁਰੂ ਦੇ ਪਾਸ ਆ ਗਏ ਨਾ, ਗੁਰੂ ਨਾਨਕ ਦੇ ਘਰ ਵਿੱਚ ਆ ਗਏ,
ਉਸ ਤੋਂ ਬਾਅਦ ਫਿਰ ਇੱਕ ਦੇ ਹੀ ਬਣ ਕੇ ਰਹਿ ਗਏ। ਫਿਰ ਪਤਾ ਲੱਗ ਗਿਆ ਵੀ ਇਸ ਤੋਂ ਵੱਡਾ ਸੁੱਖ ਹੋਰ ਕਿਤੇ ਵੀ ਨਹੀਂ। ਗੁਰੂ ਅਮਰਦਾਸ ਮਹਾਰਾਜ ਜੀ ਦੇ ਸਤਿਕਾਰਯੋਗ ਪਿਤਾ ਜੀ ਬੜੇ ਧਾਰਮਿਕ ਬਿਰਤੀ ਦੇ ਇਨਸਾਨ ਸਨ ਤੇ ਉਹਨਾਂ ਨੇ ਦੇਵੀ ਦੀ ਉਪਾਸਨਾ ਕਰਨੀ ਹਰ ਤਰ੍ਹਾਂ ਦੇ ਨਾਲ, ਜਿਸ ਤਰ੍ਹਾਂ ਵੀ, ਕਿਉਂਕਿ ਖੱਤਰੀ ਕੁਲ ਦੇ ਵਿੱਚੋਂ ਸਨ। ਜਿਸ ਤਰ੍ਹਾਂ ਕਰਮਕਾਂਡ ਕੀਤੇ ਜਾਂਦੇ ਸਨ ਬ੍ਰਾਹਮਣਾਂ ਦੇ ਦੁਆਰਾ, ਉਸੇ ਤਰੀਕੇ ਨਾਲ ਹੀ ਉਹ ਚੱਲਣ ਵਾਲੇ ਸਨ, ਆਪਣੇ ਧਰਮ ਦੇ ਅਨੁਸਾਰ ਚੱਲਣ ਵਾਲੇ ਸਨ। ਛੂਆ ਛਾਤ ਵੀ ਸਭ ਕੁਝ ਕਰਦੇ ਸਨ, ਕਿਸੇ ਦੇ ਹੱਥ ਦਾ ਬਣਿਆ ਨਹੀਂ ਖਾਂਦੇ ਸਨ, ਆਪਣਾ ਆਪ ਬਣਾ ਕੇ ਖਾਣਾ। ਇਸੇ ਤਰੀਕੇ ਹੀ ਗੁਰੂ ਅਮਰਦਾਸ ਮਹਾਰਾਜ ਜੀ, ਉਹਨਾਂ ਦਾ ਜੀਵਨ ਵੀ ਇਹੋ ਜਿਹਾ ਧਾਰਮਿਕ ਬਿਰਤੀ ਵਾਲਾ ਸੀ। 4 ਭਰਾ ਵੀ ਸਨ ਗੁਰੂ ਅਮਰਦਾਸ ਮਹਾਰਾਜ ਜੀ। ਧਾਰਮਿਕ ਬਿਰਤੀ ਸੀ, ਇਸੇ ਕਰਕੇ ਹੀ ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਜ਼ਿੰਦਗੀ ਵਿੱਚ ਤਕਰੀਬਨ ਕਿਸੇ ਨੇ 21 ਵਾਰ ਲਿਖਿਆ ਹੈ ਕਿ ਇਤਿਹਾਸ ਵਿੱਚ, ਜਾਂ 22 ਵਾਰ ਜ਼ਿਕਰ ਹੈ। ਸੋ ਬਹੁਤਾਤ ਦੇ ਵਿੱਚ ਵਿਦਵਾਨ ਸੱਜਣਾ ਨੇ 21 ਵਾਰ ਦਾ ਜ਼ਿਕਰ ਕੀਤਾ ਹੈ ਵੀ 21 ਵਾਰ ਗੁਰੂ ਅਮਰਦਾਸ ਮਹਾਰਾਜ ਜੀ ਹਰਿਦੁਆਰ ਦੀ ਯਾਤਰਾ ਤੇ ਗਏ। ਤੇ ਜਿਸ ਵਕਤ ਭਾਗ ਜਾਗਦੇ ਹਨ, ਕੋਈ ਨਾ ਕੋਈ ਬਹਾਨਾ ਬਣਦਾ ਹੈ। ਹੁਣ ਅੰਦਰ ਤੜਪ ਤਾਂ ਸੀ, ਜਿਹੜਾ ਬੰਦਾ ਕਿਸੇ ਪਾਸੇ ਨੂੰ ਵੀ ਮੰਨ ਲਓ ਆਪੋ ਆਪਣੇ ਧਰਮ ਦੇ ਮੁਤਾਬਕ ਚੱਲ ਰਿਹਾ ਹੈ, ਉਹ ਆਪਣੇ ਇਸ਼ਟ ਦੀ ਉਪਾਸਨਾ ਕਰ ਰਿਹਾ ਹੈ, ਦੱਸੀ ਹੋਈ ਮਰਿਆਦਾ ਦੇ ਅਨੁਸਾਰ ਚੱਲ ਰਿਹਾ, ਇਸ ਦਾ ਮਤਲਬ ਉਸ ਦੇ ਅੰਦਰ ਕੋਈ ਨਾ ਕੋਈ ਤੜਪ ਤਾਂ ਹੈ ਨਾ, ਵੀ ਰੱਬ ਨੂੰ ਮਿਲਣ ਦੀ ਕੋਈ ਤੜਪ ਹੈ। ਇਸੇ ਤਰੀਕੇ ਗੁਰੂ ਅਮਰਦਾਸ ਮਹਾਰਾਜ ਜੀ ਦੇ ਅੰਦਰ ਵੀ ਸੀ। ਕਹਿੰਦੇ ਜਦੋਂ ਇਸ ਵਾਰੀ ਹਰਿਦੁਆਰ ਗਏ ਹਨ ਤੇ ਉਹਨਾਂ ਸਮਿਆਂ ਦੇ ਵਿੱਚ ਜਦੋਂ ਜਥਿਆਂ ਨੇ ਜਾਣਾ, ਸੰਗਤ ਦੇ ਜਥਿਆਂ ਨੇ ਜਾਣਾ, ਤੇ ਕਈਆਂ ਨੇ ਆਪਣਾ ਬਿਜ਼ਨਸ ਬਣਾਇਆ ਹੁੰਦਾ ਸੀ, ਸਰਾਂ ਬਣਾਈ ਹੋਣੀ, ਬਿਜ਼ਨਸ ਬਣਾਇਆ ਹੁੰਦਾ ਸੀ ਵੀ ਕੋਈ ਆ ਕੇ ਰੁਕੇਗਾ ਇੱਥੇ, ਉਸ ਤੋਂ ਕਿਰਾਇਆ ਲਾਂਗੇ, ਉਹ ਖਾਣਾ ਖਾਏਗਾ, ਸਾਡਾ ਬਿਜ਼ਨਸ ਹੈ। ਤੇ ਕਈ ਜਿਹੜੇ ਅਮੀਰ ਲੋਕ ਹੁੰਦੇ ਸਨ ਧਾਰਮਿਕ ਬਿਰਤੀ ਵਾਲੇ, ਉਹਨਾਂ ਨੇ ਸੇਵਾ ਦੇ ਪਰਥਾਏ ਸਰਾਵਾਂ ਬਣਾਈਆਂ ਹੁੰਦੀਆਂ ਸਨ। ਇੱਕ ਦੁਰਗੋ ਦਾਸ ਪੰਡਤ ਸੀ, ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਹਰਿਦੁਆਰ ਤੋਂ ਵਾਪਸ ਆ ਰਹੇ ਸਨ ਤੇ ਉਹਨਾਂ ਦੇ ਨਾਲ ਇੱਕ ਬ੍ਰਹਮਚਾਰੀ ਵੀ ਉਹਨਾਂ ਨੂੰ ਮਿਲ ਪਿਆ। ਦੁਰਗੋ ਦਾਸ ਬ੍ਰਾਹਮਣ ਦੇ ਘਰ ਦੇ ਵਿੱਚ ਸਤਿਗੁਰੂ ਜੀ ਰੁਕੇ, ਉਸ ਦੀ ਸਰਾਂ ਦੇ ਵਿੱਚ ਰੁਕੇ। ਤੇ ਜਦੋਂ ਉੱਥੇ ਰੁਕੇ ਤੇ ਗੁਰੂ ਅਮਰਦਾਸ ਮਹਾਰਾਜ ਜੀ, ਇਤਿਹਾਸ ਕਹਿੰਦਾ ਹੈ ਵੀ ਸਤਿਗੁਰੂ ਜੀ ਲੇਟ ਗਏ ਤੇ ਦੁਰਗੋ ਦਾਸ ਬ੍ਰਾਹਮਣ ਜਿਹੜਾ ਹੈ ਉਹ, ਇਹ ਗੁਰਮਤਿ ਦੀ ਗੱਲ ਨਹੀਂ, ਗੁਰਮਤਿ ਇਸ ਚੀਜ਼ ਨੂੰ ਨਹੀਂ ਮੰਨਦੀ, ਪਰ ਉਹ ਦੁਰਗੋ ਦਾਸ ਬ੍ਰਾਹਮਣ ਜੋਤਿਸ਼ ਵਿਦਿਆ ਨੂੰ ਜਾਣਦਾ ਸੀ। ਕਹਿੰਦੇ ਉਹਨਾਂ ਨੇ ਜਦੋਂ ਗੁਰੂ ਅਮਰਦਾਸ ਜੀ ਦੇ ਚਿਹਰੇ ਵੱਲ ਦੇਖਿਆ, ਨੂਰ ਦੇਖਿਆ ਵੀ ਬੜਾ ਨੂਰ ਹੈ ਚਿਹਰੇ ਤੇ, ਕਹਿੰਦੇ ਉਹਨਾਂ ਦੀਆਂ ਰੇਖਾਵਾਂ ਦੇਖੀਆਂ ਚਰਨਾਂ ਦੀਆਂ। ਇੱਥੋਂ ਤੱਕ ਇਤਿਹਾਸ ਕਹਿੰਦਾ ਵੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਪਦਮ ਦਾ ਨਿਸ਼ਾਨ ਸੀ। ਚਲੋ ਉਸਨੇ ਆਪਣੀ ਜੋਤਿਸ਼ ਵਿਦਿਆ ਦੇ ਅਨੁਸਾਰ ਦੇਖਿਆ, ਆ ਕੇ ਬੜਾ ਸਤਿਕਾਰ ਕੀਤਾ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਹਿਣ ਲੱਗਿਆ ਵੀ ਤੁਸੀਂ ਜਾਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬੜੇ ਵੱਡੇ ਬਾਦਸ਼ਾਹ ਸਮਰਾਟ ਬਣੋਗੇ ਤੇ ਤੁਹਾਡੇ ਸੀਸ ਦੇ ਉੱਪਰ ਛਤਰ ਝੁੱਲਣਗੇ। ਇਹ ਮੇਰਾ ਅੰਦਾਜ਼ਾ ਹੈ, ਇਹ ਮੇਰੀ ਜੋਤਿਸ਼ ਵਿਦਿਆ ਕਹਿੰਦੀ ਹੈ। ਫਿਰ ਪੁੱਛਣਾ ਕੀਤਾ ਵੀ ਤੁਸੀਂ ਹੋ ਕੌਣ? ਚਲੋ ਗੁਰੂ ਅਮਰਦਾਸ ਮਹਾਰਾਜ ਜੀ ਨੇ ਦੱਸਿਆ ਵੀ ਭੱਲਿਆਂ ਦੀ ਕੁਲ ਦੇ ਵਿੱਚੋਂ ਹਾਂ, ਪਿੰਡ ਬਾਸਰਕੇ ਤੋਂ ਆਏ ਹਾਂ। ਇਸ ਤਰੀਕੇ ਜਦੋਂ ਦੱਸਿਆ ਤੇ ਬ੍ਰਹਮਚਾਰੀ ਜਿਹੜਾ ਨਾਲ ਸੀ ਨਾ ਸਤਿਗੁਰੂ ਦੇ, ਉਸਨੇ ਜਦੋਂ ਸੁਣਿਆ ਵੀ ਇਹ ਤਾਂ ਬੜੇ ਅਮੀਰ ਬੰਦੇ ਹਨ, ਤੇ ਪੰਡਤ ਜੀ ਨੇ ਇਹ ਵੀ ਕਹਿ ਦਿੱਤਾ ਵੀ ਇਹ ਵੱਡੇ ਸਮਰਾਟ ਬਣਨਗੇ, ਸਿਰ ਤੇ ਛਤਰ ਝੁੱਲਣਗੇ। ਹੁਣ ਇਹ ਸੁਭਾਵਿਕ ਹੀ ਗੱਲ ਹੈ, ਹਰ ਇੱਕ ਮਨੁੱਖ ਚਾਹੁੰਦਾ ਹੈ ਵੀ ਮੇਰੀ ਉਸ ਦੇ ਨਾਲ ਸਾਂਝ ਬਣੇ ਜਿਸ ਦੇ ਪਾਸ ਬਹੁਤ ਸਾਰੀਆਂ ਸੁੱਖ ਸਹੂਲਤਾਂ ਹੋਣ, ਕਿਤੇ ਲੋੜ ਪੈਣ ਤੇ ਉਹ ਮੇਰੇ ਵੀ ਕੰਮ ਆ ਸਕੇ। ਤੇ ਬ੍ਰਹਮਚਾਰੀ ਦੇ ਮਨ ਵਿੱਚ ਇਹ ਗੱਲ ਆ ਗਈ, ਹੋ ਸਕਦਾ ਆਉਣ ਵਾਲੇ ਸਮੇਂ 'ਚ ਸਮਰਾਟ ਬਣਨ ਤੇ ਮੇਰੇ ਵੀ ਕਿਤੇ ਕੋਈ ਕੰਮ ਆਉਣਗੇ। ਬ੍ਰਹਮਚਾਰੀ ਸਤਿਗੁਰੂ ਜੀ ਦੇ ਨਾਲ ਹੀ ਰਲ ਗਿਆ, ਸਤਿਗੁਰੂ ਜੀ ਦੇ ਘਰ ਤੱਕ ਆਇਆ। ਕਹਿੰਦੇ ਕਾਫੀ ਦਿਨ ਬ੍ਰਹਮਚਾਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਨਾਲ ਰਿਹਾ। ਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥਾਂ ਦਾ ਉਸਨੇ ਪ੍ਰਸ਼ਾਦਾ ਵੀ ਛਕਿਆ। ਕਹਿੰਦੇ ਜਿਸ ਇੱਕ ਦਿਨ ਉਹ ਬ੍ਰਹਮਚਾਰੀ
ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪੁੱਛਦਾ ਹੈ ਕਿ ਤੁਸੀਂ ਭੱਲਿਆਂ ਦੀ ਕੁਲ ਵਿੱਚੋਂ ਹੋ, ਤੁਹਾਡੇ ਤੇ ਬੜੀ ਪਰਮਾਤਮਾ ਦੀ ਕਿਰਪਾ ਹੈ, ਤੁਸੀਂ ਆਉਣ ਵਾਲੇ ਸਮੇਂ 'ਚ ਸਮਰਾਟ ਵੀ ਬਣੋਗੇ, ਪਰ ਮੈਨੂੰ ਦੱਸੋ ਵੀ ਇਹ ਰਹਿਮਤਾਂ, ਇਹ ਸਾਰਾ ਕੁਝ ਤੁਹਾਡੇ ਤੇ ਕਿਸ ਤਰ੍ਹਾਂ ਹੋਇਆ ਹੈ? ਮੈਨੂੰ ਇਹ ਦੱਸੋ ਕਿ ਤੁਹਾਡਾ ਗੁਰੂ ਕੌਣ ਹੈ? ਬਸ ਜਦੋਂ ਗੁਰੂ ਦੀ ਗੱਲ ਆ ਗਈ ਨਾ, ਤੇ ਗੁਰੂ ਅਮਰਦਾਸ ਮਹਾਰਾਜ ਜੀ ਇੱਕਦਮ ਜਿਸ ਤਰ੍ਹਾਂ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਹੈ, ਇਸ ਤਰ੍ਹਾਂ ਪ੍ਰਭ ਕੇ ਹਨ ਗੁਰੂ ਅਮਰਦਾਸ ਮਹਾਰਾਜ ਜੀ। ਬ੍ਰਹਮਚਾਰੀ ਨੇ ਫੇਰ ਪੁੱਛਿਆ, ਤੁਹਾਡਾ ਗੁਰੂ ਕੌਣ ਹੈ? ਹੱਥ ਜੋੜ ਕੇ ਕਹਿਣ ਲੱਗੇ, ਐ ਬ੍ਰਹਮਚਾਰੀ ਜੀ, ਬਾਕੀ ਤਾਂ ਸਭ ਕੁਝ ਤੁਹਾਨੂੰ ਪਤਾ ਲੱਗ ਚੁੱਕਾ ਹੈ, ਪਰ ਕੀ ਮੈਨੂੰ ਤਾਂ ਇਸ ਗੱਲ ਦੀ ਪਤਾ ਹੀ ਨਹੀਂ, ਇਸ ਗੱਲ ਦਾ ਮੈਨੂੰ ਪਤਾ ਹੀ ਨਹੀਂ, ਇਹ ਜਾਣਕਾਰੀ ਨਹੀਂ ਕਿ ਗੁਰੂ ਦੀ ਵੀ ਲੋੜ ਹੁੰਦੀ ਹੈ। ਉਹ ਬ੍ਰਹਮਚਾਰੀ ਕਹਿੰਦਾ, ਐ ਅਮਰਦਾਸ, ਗੁਰੂ ਦੀ ਇੰਨੀ ਲੋੜ ਹੈ, ਮੈਂ ਸਾਰੀ ਉਮਰ ਜਿੰਨਾ ਜਪ ਤਪ ਹੁਣ ਤੱਕ ਕੀਤਾ ਹੈ ਨਾ, ਬ੍ਰਹਮਚਰਜ ਰੱਖਿਆ, ਇੰਨੇ ਤਰੀਕਿਆਂ ਦੇ ਨਾਲ ਮੈਂ ਤਪੱਸਿਆ ਕੀਤੀ, ਜੋ ਕੁਝ ਵੀ ਜਪ ਤਪ ਹੁਣ ਤੱਕ ਕੀਤਾ, ਆ ਤੇਰੇ ਨਗੁਰੇ ਦੇ ਹੱਥੋਂ ਮੈਂ ਪ੍ਰਸ਼ਾਦਾ ਛਕਦਾ ਰਿਹਾ। ਸੱਚ ਜਾਣੀ ਅਮਰਦਾਸ, ਮੇਰਾ ਸਾਰਾ ਪਿਛਲਾ ਕੀਤਾ ਕਰਾਇਆ ਖੂਹ ਵਿੱਚ ਪੈ ਗਿਆ, ਸਭ ਕੁਝ ਖਤਮ ਹੋ ਗਿਆ ਮੇਰਾ ਜਪ ਤਪ। ਗੁਰੂ ਅਮਰਦਾਸ ਮਹਾਰਾਜ ਜੀ ਕਹਿਣ ਲੱਗੇ ਵੀ ਕਿਉਂ? ਕਹਿੰਦੇ ਕਿਉਂਕਿ ਤੂੰ ਨਿਗੁਰਾ ਹੈ। ਇਹੀ ਬਚਨ ਫਿਰ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਵੀ ਲਿਖਿਆ ਹੈ, ਸਤਿਗੁਰ ਬਾਝੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਗੁਰਾ। ਜਿਹਦਾ ਕੋਈ ਗੁਰੂ ਹੀ ਨਹੀਂ, ਪਾਤਸ਼ਾਹ ਕਹਿੰਦੇ ਉਹਦਾ ਤਾਂ ਨਾਮ ਲੈਣਾ ਵੀ ਮਾੜਾ ਹੈ। ਕਹਿੰਦੇ ਜਦੋਂ ਉਹ ਬ੍ਰਹਮਚਾਰੀ ਨੇ ਉਹ ਬਚਨ ਕਹੇ, ਬ੍ਰਹਮਚਾਰੀ ਤਾਂ ਉੱਠ ਕੇ ਚਲਾ ਗਿਆ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਕਿਤੇ ਟਿਕਾ ਨਹੀਂ ਆਇਆ। ਸਾਰੀ ਰਾਤ ਇਸੇ ਤਰ੍ਹਾਂ ਹੀ ਨਿਕਲ ਗਈ। ਉਹ ਕੰਨਾਂ ਦੇ ਵਿੱਚ ਉਹੀ ਆਵਾਜ਼ ਆਈ ਜਾ ਰਹੀ ਹੈ, ਮੇਰਾ ਸਭ ਕੁਝ ਨਸ਼ਟ ਹੋ ਗਿਆ, ਇੱਕ ਨਿਗੁਰੇ ਦੇ ਹੱਥੋਂ ਮੈਂ ਖਾਂਦਾ ਰਿਹਾ। ਕਹਿੰਦੇ ਜਦੋਂ ਅੰਮ੍ਰਿਤ ਵੇਲਾ ਹੋਇਆ ਨਾ, ਤੇ ਹੁਣ ਕੰਨਾਂ ਦੇ ਵਿੱਚ ਆਵਾਜ਼ ਪਈ। ਉਹ ਆਵਾਜ਼ ਕਿਸ ਦੀ ਸੀ? ਗੁਰੂ ਅਮਰਦਾਸ ਮਹਾਰਾਜ ਜੀ ਦੇ ਭਰਾ ਦੀ ਨੂੰਹ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੇ ਭਤੀਜੇ ਦੇ ਮਹਿਲ ਹਨ ਬੀਬੀ ਅਮਰੋ ਜੀ। ਇਹ ਬੀਬੀ ਅਮਰੋ ਜੀ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਸਪੁੱਤਰੀ ਹੈ। ਤੇ ਇੱਕ ਤਾਂ ਦੁੱਧ ਰਿੜਕ ਰਹੀ ਹੈ ਤੇ ਗੁਰਬਾਣੀ ਦਾ ਜਾਪ ਕਰ ਰਹੀ ਸੀ। ਗੁਰਬਾਣੀ ਦਾ ਜਾਪ ਮਾਰੂ ਰਾਗ ਦਾ ਸ਼ਬਦ ਪੜ੍ਹ ਰਹੀ ਹੈ। ਸ਼ਬਦ ਪੜ੍ਹਦਿਆਂ ਪੜ੍ਹਦਿਆਂ ਜਦੋਂ ਇਹ ਪੰਕਤੀ ਆਈ, ਚਿਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇੰਨੇ ਪ੍ਰੇਮ ਵਿੱਚ ਪੜ੍ਹ ਰਹੀ ਸੀ ਕਿ ਅਰਥ ਕਰਨ ਦੀ ਲੋੜ ਹੀ ਨਾ ਪਈ। ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੁਭਾਵ ਕੀ ਇਹ ਅਰਥ? ਇੱਕ ਤਾਂ ਉਹ ਗੱਲ ਬ੍ਰਹਮਚਾਰੀ ਦੀ ਚੱਲ ਰਹੀ ਸੀ ਅੰਦਰ, ਤੂੰ ਨਿਗੁਰਾ ਹੈ। ਚਿਤ ਚੇਤਸ ਕੀ ਨਹੀਂ ਬਾਵਰਿਆ, ਐ ਬੇਸਮਝ ਐ ਕਮਲੇ ਮਨੁੱਖ, ਤੂੰ ਰੱਬ ਨੂੰ ਚੇਤਾ ਕਿਉਂ ਨਹੀਂ ਕਰਦਾ? ਹਰ ਬਿਸਰਤ ਤੇਰੇ ਗੁਣ ਗਲਿਆ। ਪਰਮਾਤਮਾ ਨੂੰ ਵਿਸਾਰ ਕੇ ਤੇਰੀ ਜ਼ਿੰਦਗੀ ਵਿਅਰਥ ਜਾ ਰਹੀ ਹੈ। ਤੇਰੇ ਗੁਣ ਖਤਮ ਹੁੰਦੇ ਜਾ ਰਹੇ ਹਨ, ਗਲਦੇ ਜਾ ਰਹੇ ਹਨ, ਸੜਦੇ ਜਾ ਰਹੇ ਹਨ ਤੇਰੇ ਗੁਣ। ਤੇ ਜਦੋਂ ਸ਼ਬਦ ਪੜਿਆ ਨਾ, ਕਾਇਆ ਆਰਣ ਮਨ ਵਿੱਚ ਲੋਹਾ, ਪੰਚ ਅਗਨ ਤਿਤ ਲਾਗ ਰਹੀ, ਕੋਇਲੇ ਪਾਕ ਪੜੇ ਤਿਸ ਉੱਪਰ ਮਨ ਜਲਿਆ, ਸੰਨੀ ਚਿੰਤ ਭਈ ਭਇਆ ਮਨੂਰ। ਮਨੂਰ ਹੋ ਗਿਆ ਮਨ, ਬਿਲਕੁਲ ਹੀ ਵਿਅਰਥ ਹੋ ਗਿਆ। ਤੇ ਮਨ ਵਿੱਚ ਆਇਆ ਵੀ ਇਹ ਕਿਸ ਤਰ੍ਹਾਂ ਇਹ ਸੋਨੇ ਵਰਗਾ ਮਨ ਮਨੂਰ ਹੋ ਗਿਆ, ਜਿਸ ਦੀ ਕੋਈ ਕੀਮਤ ਹੀ ਨਹੀਂ। ਜਿਸ ਤਰ੍ਹਾਂ ਲੋਹਾ ਸੜ ਜਾਏ ਨਾ ਲੋਹਾਰ ਦੀ ਭੱਠੀ ਦੇ ਵਿੱਚ, ਉਸ ਨੂੰ ਕਹਿੰਦੇ ਨੇ ਲੋਹਾ ਮਨੂਰ ਹੋ ਗਿਆ, ਕਿਸੇ ਕੰਮ ਦਾ ਨਹੀਂ, ਚੁੱਕ ਕੇ ਅਗਲਾ ਆਪਣੀ ਦੁਕਾਨ ਤੋਂ ਬਾਹਰ ਮਾਰਦਾ ਹੈ।
ਗਲੀ ਵਿੱਚ ਪਏ ਹੋਏ ਮਨੂਰ ਲੋਹੇ ਨੂੰ ਤਾਂ ਰਾਹਗੀਰ ਵੀ ਕੋਈ ਚੁੱਕਦਾ ਨਹੀਂ। ਕਿਉਂ? ਕਿਉਂਕਿ ਕਿਸੇ ਕੰਮ ਦਾ ਨਹੀਂ। ਮਨੁੱਖ ਦੀ ਹਾਲਤ ਕਈ ਵਾਰੀ ਐਸੀ ਹੋ ਜਾਂਦੀ ਹੈ ਮਨੂਰ ਲੋਹੇ ਵਰਗੀ ਕਿ ਉਸ ਮਨੁੱਖ ਨੂੰ ਘਰ ਵਿੱਚੋਂ ਵੀ ਧੱਕੇ ਪੈਂਦੇ ਹਨ, ਬਾਹਰ ਜਿੱਥੇ ਜਾਏ ਉੱਥੋਂ ਧੱਕੇ ਪੈਂਦੇ ਹਨ। ਭਇਆ ਮਨੂਰ ਕੀ ਕੋਈ ਹੁਣ ਟਿਕਾਣਾ ਐਸਾ ਹੈ? ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਜੇ ਗੁਰੂ ਮਿਲ ਜਾਏ ਇਹ ਮਨੂਰ ਹੋਇਆ ਲੋਹਾ ਫਿਰ ਸੋਨੇ ਵਰਗਾ ਬਣ ਸਕਦਾ ਹੈ। ਜਦੋਂ ਸ਼ਬਦ ਪਏ ਨਾ ਕੰਨਾਂ ਦੇ ਵਿੱਚ, ਏਕ ਨਾਮ ਅੰਮ੍ਰਿਤ ਕੋ ਦੇਵੈ ਤਉ ਨਾਨਕ ਤ੍ਰਿਸ਼ਟਸ ਦੇਹਾ। ਕਹਿੰਦੇ ਉਸੇ ਵਕਤ ਹੀ ਚੱਲ ਕੇ ਆਏ ਆਪਣੀ ਨੂੰਹ ਰਾਣੀ ਦੇ ਪਾਸ ਤੇ ਆ ਕੇ ਕਹਿਣ ਲੱਗੇ, ਬੇਟਾ ਇਹ ਜਿਹੜਾ ਤੂੰ ਸ਼ਬਦ ਪੜਿਆ ਇਹ ਕਿਸ ਦਾ ਹੈ? ਤੇ ਬੀਬੀ ਅਮਰੋ ਨੇ ਦੱਸਿਆ ਇਹ ਧੰਨ ਗੁਰੂ ਨਾਨਕ ਸਾਹਿਬ ਜੀ ਦਾ ਸ਼ਬਦ ਹੈ। ਕਹਿੰਦੇ ਮੈਨੂੰ ਟਿਕਾਣਾ ਦੱਸੋ ਕਿ ਵੀ ਇਹ ਗੁਰੂ ਨਾਨਕ ਸਾਹਿਬ ਜੀ ਹੈਣ ਕਿੱਥੇ? ਹੁਣ ਵੇਖੋ, ਪਤਾ ਤਾਂ ਭਾਵੇਂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਪਹਿਲਾਂ ਨਹੀਂ ਹੋਏਗਾ, ਕਿਉਂਕਿ ਭਰਾ ਦੇ ਘਰ ਵਿੱਚ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਬੇਟੀ ਆਈ ਹੈ ਨੂੰਹ ਬਣ ਕੇ, ਤੇ ਪਤਾ ਤਾਂ ਪਹਿਲਾਂ ਵੀ ਹੋਏਗਾ। ਗੁਰੂ ਅਮਰਦਾਸ ਮਹਾਰਾਜ ਜੀ ਪਹਿਲਾਂ ਵੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲੇ ਹੋਣਗੇ। ਪਰ ਅੱਜ ਜਿਹੜੀ ਚੋਟ ਕੀਤੀ ਨਾ ਸ਼ਬਦ ਨੇ, ਉਹ ਇੱਕ ਵੱਖਰਾ ਹੀ ਆਨੰਦ ਸੀ। ਕਹਿੰਦੇ ਮੁੱਕਦੀ ਗੱਲ ਵੀ ਬੀਬੀ ਅਮਰੋ ਜੀ ਨੂੰ ਆਪਣੀ ਨੂੰਹ ਰਾਣੀ ਨੂੰ ਨਾਲ ਲਿਆ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਮਿਲਣ ਵਾਸਤੇ ਚੱਲੇ। ਜਿਸ ਵਕਤ ਖਡੂਰ ਸਾਹਿਬ ਦੀ ਧਰਤੀ ਤੇ ਪਹੁੰਚੇ ਹਨ ਤੇ ਕਹਿੰਦੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਦੀ ਉਮਰ ਤਕਰੀਬਨ 60 ਸਾਲ ਹੈ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਭਰ ਜਵਾਨੀ ਦੇ ਵਿੱਚ ਹਨ। ਸਤਿਗੁਰੂ ਜੀ ਆਪਣੇ ਆਸਣ ਤੇ ਵਿਰਾਜਮਾਨ ਹਨ। ਜਦੋਂ ਦੇਖਿਆ ਨਾ ਵੀ ਕੁੜਮ ਆਇਆ ਹੈ ਸੰਸਾਰਕ ਤੌਰ ਤੇ, ਜਦੋਂ ਦੇਖਿਆ ਵੀ ਕੁੜਮ ਆਇਆ ਹੈ, ਗੁਰੂ ਅੰਗਦ ਦੇਵ ਮਹਾਰਾਜ ਜੀ ਧੀ ਵਾਲੇ ਹਨ ਤੇ ਗੁਰੂ ਅਮਰਦਾਸ ਮਹਾਰਾਜ ਜੀ ਪੁੱਤ ਵਾਲੇ ਹਨ। ਜੇ ਸੰਸਾਰਕ ਤੌਰ ਤੇ ਆਪਾਂ ਦੇਖੀਏ, ਆਪਾਂ ਕਹਿੰਦੇ ਹਾਂ ਜੀ ਪੁੱਤ ਵਾਲਿਆਂ ਦਾ ਸਿਰ ਉੱਚਾ ਹੁੰਦਾ ਹੈ, ਧੀ ਵਾਲਿਆਂ ਦਾ ਨੀਵਾਂ ਹੁੰਦਾ ਹੈ। ਪਰ ਸਤਿਗੁਰੂ ਜੀ ਨੇ ਇਹ ਫਰਕ ਨਹੀਂ ਮੰਨਿਆ। ਕਹਿੰਦੇ ਗੁਰੂ ਅੰਗਦ ਦੇਵ ਮਹਾਰਾਜ ਜੀ ਸਤਿਕਾਰ ਵਜੋਂ ਨਾ ਆਪਣੇ ਆਸਣ ਤੋਂ ਉੱਠ ਕੇ ਖੜੇ ਹੋ ਗਏ ਵੀ ਕੁੜਮ ਆਏਗਾ ਤੇ ਗਲਵਕੜੀ ਦੇ ਵਿੱਚ ਲਾਂਗੇ। ਫਿਰ ਉਮਰ ਵਿੱਚ ਵੀ ਵੱਡੇ ਹਨ ਗੁਰੂ ਅਮਰਦਾਸ ਜੀ। ਕਹਿੰਦੇ ਕਮਾਲ ਦੀ ਗੱਲ, ਜਦੋਂ ਪਾਸ ਆਏ ਹਨ ਤੇ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਦੋਨੋਂ ਬਾਹਾਂ ਫੈਲਾਈਆਂ ਹਨ ਗਲਵਕੜੀ ਵਿੱਚ ਲੈਣ ਵਾਸਤੇ, ਤੇ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਅੰਗਦ ਦੇਵ ਜੀ ਦੇ ਚਰਨਾਂ ਤੇ ਢਹਿ ਪਏ। ਇਹ ਬਹੁਤ ਵੱਡੀ ਗੱਲ ਸੀ। ਐਸੇ ਚਰਨਾਂ ਤੇ ਢਏ ਕਿ ਮੁੜ ਕੇ ਗੁਰੂ ਦੇ ਹੀ ਬਣ ਕੇ ਰਹਿ ਗਏ। ਕਹਿੰਦੇ ਖਡੂਰ ਸਾਹਿਬ ਦੀ ਧਰਤੀ ਤੇ ਰਹਿ ਕੇ ਸੇਵਾ ਦੇ ਵਿੱਚ ਲੱਗ ਗਏ। ਆਪਾਂ ਜਾਣਦੇ ਹਾਂ ਬਿਆਸ ਦਰਿਆ ਤੋਂ ਗਾਗਰ ਭਰ ਕੇ ਪਾਣੀ ਦੀ ਲੈ ਕੇ ਜਾਣੀ, ਕੱਲੀ ਗਾਗਰ ਦੀ ਸੇਵਾ ਨਹੀਂ। ਜਦੋਂ ਆਪਾਂ ਇਤਿਹਾਸ ਪੜ੍ਹੀਏ, ਗੁਰੂ ਕੇ ਲੰਗਰਾਂ ਦੇ ਵਿੱਚ ਬੜੀ ਸੇਵਾ ਕਰਦੇ ਹਨ। ਲੱਕੜਾਂ ਲੈ ਕੇ ਆਉਂਦੇ ਹਨ ਗੁਰੂ ਅਮਰਦਾਸ ਮਹਾਰਾਜ ਜੀ, ਤੱਪੜ ਝਾੜਦੇ ਹਨ, ਸਫਾਈ ਕਰਦੇ ਹਨ। ਹਰ ਟਾਈਮ ਜਿਸ ਵਕਤ ਵੀ ਦੇਖਦੇ ਹਨ ਗੁਰੂ ਅਮਰਦਾਸ ਜੀ ਭਾਵੇਂ ਬਜ਼ੁਰਗੀ ਦੇ ਵਿੱਚ ਹਨ, ਪਰ ਫਿਰ ਵੀ ਸੇਵਾ ਦੇ ਵਿੱਚ ਤਤਪਰ ਹਨ। ਅੱਜ ਅਸੀਂ ਤਾਂ ਥੋੜੀ ਜਿਹੀ ਸੇਵਾ ਸਾਨੂੰ ਮਿਲੇ ਤਾਂ ਅਸੀਂ ਭਜਦੇ ਹਾਂ ਵੀ ਸੇਵਾ ਨਹੀਂ, ਪਰ ਨਹੀਂ, ਆਪਣੇ ਜਿਸ ਗੁਰੂ ਨੂੰ ਆਪਾਂ ਨਮਸਕਾਰ ਕਰਦੇ ਹਾਂ, ਕਦੇ ਉਹਨਾਂ ਦੇ ਜੀਵਨ ਨੂੰ ਪੜ੍ਹ ਕੇ ਦੇਖੀਏ ਵੀ ਕਿਸ ਤਰ੍ਹਾਂ ਸੇਵਾ ਕਾਲ ਉਹਨਾਂ ਨੇ ਕਮਾਈ ਹੈ। ਹਰ ਟਾਈਮ ਸੇਵਾ ਦੇ ਵਿੱਚ ਤਤਪਰ ਹਨ। ਕਹਿੰਦੇ ਸੇਵਾ ਨੂੰ ਐਸਾ ਭਾਗ ਲੱਗਿਆ ਤੇ ਦੇਖੋ ਇਤਿਹਾਸ ਲਿਖਦਾ ਵੀ ਕਦੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਸੁੱਤਿਆਂ ਨਹੀਂ ਵੇਖਿਆ ਕਿਸੇ ਨੇ, ਵੀ ਕਿਹੜੇ ਟਾਈਮ ਸੌਂਦੇ ਹਨ ਤੇ ਕਿਹੜੇ ਟਾਈਮ ਉੱਠਦੇ ਹਨ। ਗੁਰੂ ਅੰਗਦ ਦੇਵ ਜੀ ਤੋਂ ਬਾਅਦ ਸੌਣਾ ਤੇ ਪਹਿਲਾਂ ਉੱਠ ਪੈਣਾ। ਗੁਰੂ ਅੰਗਦ ਦੇਵ ਜੀ ਦੇ ਉੱਠਣ ਤੋਂ ਪਹਿਲਾਂ ਪਾਣੀ ਦੀ ਗਾਗਰ ਭਰ ਕੇ ਲਿਆ ਦੇਣੀ ਇਸ਼ਨਾਨ ਕਰਾਉਣ ਵਾਸਤੇ। ਤਕਰੀਬਨ 12 ਸਾਲ ਸੇਵਾ ਦੇ ਵਿੱਚ ਲੱਗੇ ਹਨ। ਤੇ ਸੇਵਾ ਦੇ ਵਿੱਚ ਜਦੋਂ ਕੋਈ ਬੰਦਾ ਸੇਵਾ ਕਰਦਾ ਹੈ ਨਾ, ਭਾਵਨਾ ਹੋਵੇ, ਤੇ ਇਹ ਨਹੀਂ ਕੋਈ ਨੌਜਵਾਨ ਹੀ ਜ਼ਿਆਦਾ ਸੇਵਾ ਕਰ ਸਕਦਾ ਹੈ, ਨਹੀਂ। ਪਾਤਸ਼ਾਹ ਕਹਿੰਦੇ ਗੁਰਮੁਖ ਬੁੱਢੇ ਕਦੇ ਨਾਹੀ ਜਿਨ੍ਹਾਂ ਅੰਤਰ ਸੁਰਤ ਗਿਆ।
ਤੇ ਦੂਜੇ ਪਾਸੇ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੀ ਅਵਸਥਾ ਬਜ਼ੁਰਗਾਂ ਵਾਲੀ ਹੁੰਦੀ ਹੈ ਨਾ, ਭਾਵ ਸਰੀਰ ਜਿੱਦਾਂ ਬੁੱਢਾ ਹੋ ਜਾਏ ਤੇ ਉਹ ਨਿਕੰਮਾ ਹੋ ਜਾਂਦਾ ਹੈ, ਜਿਹੜਾ ਮਨਮੁਖ ਬੰਦਾ ਹੁੰਦਾ ਹੈ, ਭਾਵੇਂ ਜਵਾਨੀ ਵਿੱਚ ਹੈ ਭਾਵੇਂ ਬਚਪਨ ਵਿੱਚ ਹੈ, ਮਨਮੁਖ ਬਾਲਕ ਬਿਰਧ ਸਮਾਨ ਹੈ, ਉਹ ਨਿਕੰਮਿਆਂ ਦੀ ਤਰ੍ਹਾਂ ਹੋ ਜਾਂਦਾ ਹੈ, ਉਹਦਾ ਦਿਲ ਹੀ ਨਹੀਂ ਕਰਦਾ ਕੁਝ ਕਰਨ ਨੂੰ। ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਦਰ ਚਾਅ ਹੁੰਦਾ ਹੈ, ਮੈਂ ਗੁਰੂ ਦੇ ਘਰ ਵਿੱਚ ਸੇਵਾ ਕਰਾਂ, ਗੁਰੂ ਨੂੰ ਖੁਸ਼ ਕਰਾਂ ਕਿਸੇ ਤਰੀਕੇ। ਗੁਰੂ ਅਮਰਦਾਸ ਮਹਾਰਾਜ ਜੀ ਨੇ ਸੇਵਾ ਕੀਤੀ। ਕਹਿੰਦੇ ਇੱਕ ਵਾਰੀ ਕੀ ਹੋਇਆ, ਗਾਗਰ ਭਰ ਕੇ ਪਾਣੀ ਦੀ ਲਿਆ ਰਹੇ ਤੇ ਬਾਰਿਸ਼ ਪੈ ਕੇ ਹਟੀ ਸੀ, ਪਾਣੀ ਖੜਾ ਸੀ ਰਸਤੇ ਵਿੱਚ ਤੇ ਜਲਾਹੇ ਦੀ ਖੱਡੀ ਦੇ ਵਿੱਚ ਪੈਰ ਫਸਿਆ ਤੇ ਸਤਿਗੁਰੂ ਜੀ ਡਿੱਗ ਪਏ, ਧਰਤੀ ਦੇ ਉੱਪਰ ਡਿੱਗੇ ਹਨ, ਗਾਗਰ ਵੀ ਪਾਣੀ ਦੀ ਡਿੱਗ ਪਈ। ਕਹਿੰਦੇ ਜਲਾਹਾ ਪੁੱਛਦਾ ਹੈ ਵੀ ਇਹ ਭਾਗਵਾਨੇ ਦੇਖ ਬਾਹਰ ਲੱਗਦਾ ਵੀ ਕੋਈ ਡਿੱਗਿਆ ਹੈ, ਆ ਅੱਧੀ ਰਾਤ ਦਾ ਸਮਾਂ ਕੌਣ ਹੋਏਗਾ? ਕਹਿੰਦੇ ਉਹ ਜੁਲਾਹੀ ਕਹਿਣ ਲੱਗੀ ਉਹੀ ਹੋਏਗਾ ਅਮਰੂ ਨਥਾਵਾਂ, ਹੋਰ ਕਿਹੜਾ ਹੋਏਗਾ ਜਿਹੜਾ ਕੁੜਮਾਂ ਦੇ ਬੂਹੇ ਤੇ ਬੈਠਾ ਹੈ। ਵੇਖੋ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਬੜੇ ਤਾਨੇ ਵੀ ਦਿੱਤੇ ਗਏ, ਬੜੇ ਮਿਹਣੇ ਵੀ ਮਾਰੇ ਗਏ ਵੀ ਤੂੰ ਕੁੜਮਾਂ ਦੇ ਬੂਹੇ ਤੇ ਬੈਠ ਕੇ ਇਸ ਤਰੀਕੇ ਦੇ ਨਾਲ ਆਪਣੇ ਕੁੜਮ ਦੀ ਸੇਵਾ ਕਰ ਰਿਹਾ। ਪਰ ਸਤਿਗੁਰੂ ਜੀ ਨੇ ਕੁੜਮ ਨਹੀਂ ਸਮਝਿਆ, ਸਤਿਗੁਰੂ ਜੀ ਨੇ ਗੁਰੂ ਸਮਝਿਆ ਹੈ ਵੀ ਮੈਂ ਕੁਝ ਲੈਣਾ ਹੈ ਇੱਥੋਂ। ਆਖਿਰਕਾਰ ਕਹਿੰਦੇ ਉਹ ਸਮਾਂ ਆਇਆ ਜਦੋਂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜਿਹੜੀ ਪਾਣੀ ਦੀ ਗਾਗਰ ਗੁਰੂ ਅਮਰਦਾਸ ਮਹਾਰਾਜ ਜੀ ਸਤਿਗੁਰੂ ਨੂੰ ਇਸ਼ਨਾਨ ਕਰਾਉਣ ਵਾਸਤੇ ਲਿਆਏ ਹਨ, ਸਤਿਗੁਰੂ ਜੀ ਨੇ ਉਸੇ ਪਾਣੀ ਦੀ ਗਾਗਰ ਨਾਲ ਅੱਜ ਗੁਰੂ ਅਮਰਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਵਾਇਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਜੋ ਗੁਰੂ ਨਾਨਕ ਨੇ ਮਰਿਆਦਾ ਚਲਾਈ ਸੀ ਕਿ ਆਪਣੇ ਜਿਉਂਦੇ ਜੀ ਆਪਣੀ ਹਯਾਤੀ ਦੇ ਵਿੱਚ ਸਿੱਖਾਂ ਨੂੰ ਪੁੱਤਰਾਂ ਨੂੰ ਇਕੱਠਿਆਂ ਕਰਕੇ ਭਰੀ ਸੰਗਤ ਦੇ ਵਿੱਚ ਇਹ ਕਹਿ ਦੇਣਾ ਵੀ ਇਹ ਅੱਜ ਤੋਂ ਬਾਅਦ ਗੁਰੂ ਨਾਨਕ ਦੇ ਘਰ ਦੇ ਮਾਲਕ ਹਨ, ਆਪਣਾ ਸੀਸ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਦਿੱਤਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ। ਇਹ ਪਤਾ ਸੀ ਕਿ ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰਤਾ ਗੱਦੀ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ ਜਦੋਂ ਦਿੱਤੀ ਤੇ ਬਾਬਾ ਸ੍ਰੀ ਚੰਦ ਜੀ ਨੇ ਵੀ ਵਿਰੋਧ ਕੀਤਾ ਤੇ ਉਹਨਾਂ ਨੇ ਦੇਖ ਲਿਆ ਗੁਰੂ ਨਾਨਕ ਸਾਹਿਬ ਜੀ ਨੇ ਵੀ ਕਰਤਾਰਪੁਰ ਦੇ ਵਿੱਚ ਜੇ ਗੁਰੂ ਅੰਗਦ ਦੇਵ ਮਹਾਰਾਜ ਜੀ ਰਹਿਣਗੇ ਹੋ ਸਕਦਾ ਵੀ ਕੋਈ ਨਾ ਕੋਈ ਸ੍ਰੀ ਚੰਦ ਜਾਂ ਬਾਬਾ ਲਖਮੀ ਦਾਸ ਕੋਈ ਐਸੀ ਘਟਨਾ ਨਾ ਕਰਦੇ। ਉਹਨਾਂ ਨੇ ਪਹਿਲਾਂ ਹੀ ਖਡੂਰ ਸਾਹਿਬ ਦੀ ਧਰਤੀ ਤੇ ਭੇਜ ਦਿੱਤਾ ਵੀ ਤੁਸੀਂ ਖਡੂਰ ਸਾਹਿਬ ਚਲੇ ਜਾਓ। ਉਹੀ ਤਰੀਕਾ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਵਰਤਿਆ। ਗੋਇੰਦਵਾਲ ਨਗਰ ਜਿਹੜਾ ਇਹ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਕਹਿਣ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਵਸਾਇਆ। ਖਡੂਰ ਤੋਂ ਸਤਿਗੁਰੂ ਜੀ ਗੋਇੰਦਵਾਲ ਸਾਹਿਬ ਆਏ। ਫਿਰ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਹੁਤ ਵੱਡੀ ਦੇਣ ਹੈ, ਜਦੋਂ ਬੌਲੀ ਦੀ ਸੇਵਾ ਕਰਵਾਈ ਨਾ, ਉਹ ਸਾਂਝਾ ਖੂਹ ਲਵਾਇਆ। ਜਦੋਂ ਜਾਤਾਂ ਪਾਤਾਂ ਦੇ ਨਾਮਾਂ ਤੇ ਖੂਹ ਹੁੰਦੇ ਸਨ, ਵੱਡੀ ਜਾਤ ਵਾਲਾ ਛੋਟੀ ਜਾਤ ਵਾਲੇ ਨੂੰ ਆਪਣੇ ਖੂਹ ਤੋਂ ਪਾਣੀ ਨਹੀਂ ਸੀ ਪੀਣ ਦਿੰਦਾ, ਤੇ ਸਤਿਗੁਰੂ ਜੀ ਨੇ ਖੂਹ ਲਵਾਇਆ, ਬੌਲੀ ਲਵਾਈ ਕਿ ਇਹ ਸਾਂਝਾ ਖੂਹ ਹੈ। ਜਿਹੜਾ ਸਾਡੇ ਦਰਸ਼ਨ ਕਰਨਾ ਚਾਹੁੰਦਾ ਹੈ, ਸਾਡੀ ਸੰਗਤ ਕਰਨਾ ਚਾਹੁੰਦਾ ਹੈ, ਪਹਿਲਾਂ ਖੂਹ ਤੋਂ ਪਾਣੀ ਪੀ ਕੇ ਆਵੇ। ਉਸੇ ਖੂਹ ਦੇ ਪਾਣੀ ਨਾਲ ਸਾਰੇ ਇਸ਼ਨਾਨ, ਭਾਵ ਕੀ ਭੇਦ ਭਾਵ ਵਿਤਕਰੇ ਖਤਮ ਕੀਤੇ ਸਤਿਗੁਰੂ ਜੀ ਨੇ। ਇੱਕ ਪੰਗਤ ਦੀ ਮਰਿਆਦਾ, ਪਹਿਲੇ ਪੰਗਤ ਪਾਛੇ ਸੰਗਤ ਦੀ ਮਰਿਆਦਾ ਸਤਿਗੁਰੂ ਜੀ ਨੇ ਸ਼ੁਰੂ ਕੀਤੀ। ਭਾਵੇਂ ਬਾਦਸ਼ਾਹ ਅਕਬਰ ਵੀ ਕਿਉਂ ਨਾ ਆਇਆ, ਗੁਰੂ ਕੇ ਲੰਗਰ ਦੇ ਵਿੱਚ ਪੰਗਤ ਵਿੱਚ ਬੈਠ ਕੇ ਉਸ ਨੂੰ ਪ੍ਰਸ਼ਾਦਾ ਛਕਣਾ ਪਿਆ। ਸਤੀ ਪ੍ਰਥਾ, ਜਦੋਂ ਕਿਸੇ ਬੀਬੀ ਦਾ ਘਰ ਵਾਲਾ ਚਲਾਣਾ ਕਰ ਜਾਣਾ ਤੇ ਉਸ ਨੂੰ ਸਤੀ ਕੀਤਾ ਜਾਂਦਾ, ਉਸ ਦੇ ਅੰਗੀਠੇ ਦੇ ਵਿੱਚ ਹੀ, ਉਸ ਦੀ ਚਿਖਾ ਦੇ ਵਿੱਚ ਹੀ ਉਸ ਨੂੰ ਸਾੜਿਆ ਜਾਂਦਾ ਸੀ। ਗੁਰੂ ਅਮਰਦਾਸ ਮਹਾਰਾਜ ਜੀ ਦੀ ਦੇਣ, ਇੰਡੀਆ ਦੇ ਵਿੱਚ ਸਤਿਗੁਰੂ ਜੀ ਨੇ ਸਤੀ ਪ੍ਰਥਾ ਜਿਹੜੀ ਉਹ ਖਤਮ ਕੀਤੀ। ਐਸੇ ਦੀਨ ਦਿਆਲ ਸਤਿਗੁਰੂ ਧੰਨ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਅੱਜ ਪ੍ਰਕਾਸ਼ ਦਿਹਾੜਾ ਹੈ। ਸਤਿਗੁਰੂ ਜੀ ਦੇ ਬੇਅੰਤ ਗੁਣ ਹਨ, ਭਾਵੇਂ ਆਪਾਂ ਸਾਰੀ ਜ਼ਿੰਦਗੀ ਵਰਣਨ ਕਰੀ ਜਾਈਏ ਪੂਰਨ ਤੌਰ ਤੇ ਨਹੀਂ ਕਹਿ ਸਕਦੇ। ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੋਹੇ ਬਣ ਆਵੇ। ਸੋ ਸਤਿਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈ ਹੋਵੇ ਜੀ। ਅੱਜ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ, ਪਰਮਾਣੂ ਪਰਜੰਤ ਆਕਾਸ਼ੈ ਦੀਪ ਲੋਰ ਸਿਖੰਡਣੈ,
ਬਸ਼ੇਣ ਨੈਣ ਭਾਰੇਣ ਨਾਨਕ ਬਿਨਾ ਸਾਧੂ ਨਾ ਸਿੱਧੇ। ਤੇ ਜਿੰਨੀ ਮਰਜ਼ੀ ਤਾਕਤ ਮਨੁੱਖ ਦੇ ਪਾਸ ਆ ਜਾਏ, ਗੁਰੂ ਤੋਂ ਬਗੈਰ ਕਾਮਯਾਬੀ ਉਸ ਨੂੰ ਨਹੀਂ ਮਿਲ ਸਕਦੀ। ਉਹ ਆਤਮਿਕ ਜੀਵਨ ਦੀ ਸੂਝ-ਬੂਝ ਗੁਰੂ ਤੋਂ ਬਗੈਰ ਪ੍ਰਾਪਤ ਨਹੀਂ ਕਰ ਸਕਦਾ। ਇਸ ਵਾਸਤੇ ਗੁਰੂ ਦੀ ਅਤਿਅੰਤ ਲੋੜ ਹੈ, ਹਰ ਇੱਕ ਮਨੁੱਖ ਨੂੰ ਲੋੜ ਹੈ। ਤੇ ਗੁਰੂ ਵਾਲਾ ਬਣਨ ਵਾਸਤੇ ਸਿੱਖ ਧਰਮ ਦੇ ਵਿੱਚ ਖੰਡੇ ਬਾਟੇ ਦੀ ਪਹੁਲ ਲੈਣੀ ਪੈਂਦੀ ਹੈ। ਸੋ ਆਪਾਂ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੱਖ ਬਣੀਏ, ਖੰਡੇ ਬਾਟੇ ਦੀ ਪਹੁਲ ਲਈਏ, ਗੁਰੂ ਦੇ ਦੱਸੇ ਉਪਦੇਸ਼ ਨੂੰ ਕਮਾ ਕੇ ਜ਼ਿੰਦਗੀ ਵਿੱਚ ਆਪਣੇ ਜੀਵਨ ਨੂੰ ਸਫਲਾ ਬਣਾ ਸਕੀਏ। ਇੰਨੀ ਕੁ ਦਾਸ ਦੀ ਹਾਜ਼ਰੀ ਪ੍ਰਵਾਨ ਕਰਨੀ ਜੀ। ਆਓ ਹਜੂਰੀ ਰਾਗੀ ਜਥਾ ਭਾਈ ਸਾਹਿਬ ਭਾਈ ਗੁਰਦੀਪ ਸਿੰਘ ਜੀ, ਤਿਨਾਂ ਦਾ ਜਥਾ ਪਹੁੰਚ ਚੁੱਕਾ ਹੈ। 8 ਵਜੇ ਤੱਕ ਹਜੂਰੀ ਰਾਗੀ ਜਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ। ਦਾਸ ਨੂੰ ਬਖਸ਼ੋ ਆਸੀਸ, ਬੁਲਾਓ ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।